सुनत साध के पथ हर खाए, तुम साधन परलोक कमाए। मानव जन्म कृतार्थ कीनो, फेर न फेरा होए जग कीनो। चौबई सुनत साध के पथ हर खाए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ। ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਕੇ ਪ੍ਰੇਮ ਵਾਲੀ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਦੀ ਬੇਅੰਤ ਹੀ ਬੇਅੰਤ ਕਿਰਪਾ ਹੋ ਰਹੀ ਹੈ। ਸਾਹਿਬ ਜੀ ਦੀ ਕਿਰਪਾ ਸਦਕਾ ਪਾਤਿਤ ਪਾਵਨ ਭਗਤ ਵਚਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਲੋਕ ਪਰਲੋਕ ਦੇ ਰੱਖਿਅਕ ਦੋ ਜਹਾਨ ਵਾਲੀ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ਼ਹੀਦਾਂ ਤਲਣ ਸਾਹਿਬ ਵਿਖੇ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸੰਗੀਤ ਦੇ ਨਿਯਮਾਂ ਦੇ ਮੁਤਾਬਕ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਨੰਦ ਮਾਣਿਆ ਹੈ। ਹੁਣ ਸਤਿਗੁਰੂ ਜੀ ਦੇ ਪਵਿੱਤਰ ਅਸਥਾਨਾਂ ਉੱਤੇ ਚੱਲ ਰਹੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਆਓ ਬੜੇ ਪਿਆਰ ਦੇ ਨਾਲ ਜੋ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਆਨੰਦਮਈ ਇਤਿਹਾਸ ਚੱਲ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੇ ਵਿੱਚੋਂ ਜੀਵਨ ਘਟਨਾਵਾਂ ਜੀਵਨ ਚਰਿੱਤਰਾਂ ਨੂੰ ਸਰਵਣ ਕਰਕੇ ਆਨੰਦ ਮਾਣੀਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਖਣ ਦੇਸ਼ ਦੇ ਵੱਲ ਚੜ੍ਹੇ ਹੋਏ ਆ ਖਾਲਸਾ ਫੌਜਾਂ ਦੇ ਨਾਲ ਸਿੰਘਾਂ ਦੇ ਨਾਲ। ਰਸਤੇ ਵਿੱਚ ਕਿਤੇ ਕਿਤੇ ਬਹਾਦਰ ਸ਼ਾਹ ਨਾਲ ਮੇਲ ਹੋ ਜਾਂਦਾ ਹੈ, ਕਿਤੇ ਬਹਾਦਰ ਸ਼ਾਹ ਪਹਿਲਾਂ ਚਲਿਆ ਜਾਂਦਾ ਹੈ, ਕਿਤੇ ਸਤਿਗੁਰੂ ਸਾਹਿਬ ਜੀ ਪਹਿਲਾਂ ਚਲੇ ਜਾਂਦੇ ਹਨ। ਇਸ ਪ੍ਰਕਾਰ ਬਹਾਦਰ ਸ਼ਾਹ ਵੀ ਦੱਖਣ ਦੇਸ਼ ਨੂੰ ਚੱਲਿਆ ਹੋਇਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਰਾਜਪੂਤਾਨੇ ਦੇ ਵਿੱਚੋਂ ਹੁੰਦੇ ਹੋਏ ਬੁਰਹਾਨਪੁਰ ਨਗਰ ਵਿਖੇ ਪਹੁੰਚੇ ਹਨ। ਇਸ ਬੁਰਹਾਨਪੁਰ ਨਗਰ ਦੀਆਂ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦਾ ਅੱਗੇ ਆ ਕੇ ਬੜਾ ਭਾਰੀ ਸਵਾਗਤ ਕੀਤਾ। ਸਤਿਗੁਰੂ ਜੀ ਦਾ ਸਵਾਗਤ ਕਰਕੇ ਆਪਣੇ ਨਗਰ ਵਿੱਚ ਸੰਗਤਾਂ ਲੈ ਕੇ ਗਈਆਂ। ਇਨ੍ਹਾਂ ਸੰਗਤਾਂ ਨੇ ਬੜੀ ਭਾਵਨਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਇੱਥੇ ਪਹੁੰਚਣ ਤੋਂ 1 ਸਾਲ ਪਹਿਲਾਂ ਹੀ ਇੱਕ ਬਹੁਤ ਸੁੰਦਰ ਘਰ ਬਣਾ ਕੇ ਰੱਖਿਆ ਹੋਇਆ ਸੀ। ਭਾਵਨਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਵਿੱਚ ਆ ਕੇ ਨਿਵਾਸ ਕਰਨ। ਤਾਪਤੀ ਨਦੀ ਦੇ ਕਿਨਾਰੇ ਵਸੇ ਹੋਏ ਇਸ ਬੁਰਹਾਨਪੁਰ ਨਗਰ ਵਿੱਚ ਸਤਿਗੁਰੂ ਜੀ ਨੇ ਸੋਹਣਾ ਸਥਲ ਦੇਖ ਕੇ, ਉੱਚਾ ਦਮਦਮਾ ਦੇਖ ਕੇ, ਦਮ ਲੈਣ ਵਾਲੀ ਜਗ੍ਹਾ ਦੇਖ ਕੇ ਟਿਕਾਣਾ ਕੀਤਾ। ਇੱਥੇ ਬਹੁਤ ਸਾਰੀਆਂ ਗੁਰਮੁਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰਿਆਂ ਹਿੱਤ ਨਿੱਤਾ ਪ੍ਰਤੀ ਪਹੁੰਚਣ ਲੱਗੀਆਂ। ਦੋਏ ਵੇਲੇ ਗੁਰੂ ਕੀ ਸੰਗਤ ਜੁੜਦੀ, ਦੀਵਾਨ ਸਜਦੇ, ਬਹੁਤ ਸਾਰੀਆਂ ਭੇਟਾਵਾਂ ਲੈ ਕੇ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ। ਕਿਉਂਕਿ ਸਾਧ ਸੰਗਤ ਜੀ ਧਰਮ ਗ੍ਰੰਥਾਂ ਦਾ ਇਹ ਨਿਯਮ ਹੈ ਕਿ ਗੁਰੂ ਸਾਹਿਬ ਦੇ ਕੋਲੇ ਜਾਈਏ ਤੇ ਕਦੇ ਵੀ ਖਾਲੀ ਹੱਥ ਨਹੀਂ ਜਾਈਦਾ। ਕਿਸੇ ਸਾਧੂ ਮਹਾਤਮਾ ਕੋਲੇ ਜਾਈਏ ਕਦੇ ਖਾਲੀ ਹੱਥ ਨਹੀਂ ਜਾਈਦਾ। ਰਾਜ ਵੈਦ ਗੁਰ ਜੋਤਸੀ ਇਨਕੇ ਪਾਸ ਜੋ ਜਾਏ, ਖਾਲੀ ਹੱਥ ਨਾ ਜਾਈਏ ਫਲ ਦੀਏ ਫਲ ਪਾਏ। ਧਰਮ ਗ੍ਰੰਥ ਕਹਿੰਦੇ ਹਨ ਰਿਕਤ ਪਾਨ ਨਹੀਂ ਪਰਸੀਐ, ਭੂਪ ਭਿਖਕ ਗੁਰਦੇਵ, ਫਲ ਦੀਏ ਫਲ ਪਾਈਐ, ਫਲੈ ਨਾ ਫਲ ਬਿਨ ਸੇਵ। ਕੁਝ ਨਾ ਕੁਝ ਭੇਟਾ ਰੱਖੀਏ ਗੁਰੂ ਚਰਨਾਂ ਵਿੱਚ, ਖਾਲੀ ਹੱਥ ਨਾ ਜਾਈਏ ਤੇ ਸਤਿਗੁਰੂ ਦੇ ਘਰੋਂ ਵੀ ਝੋਲੀਆਂ ਭਰ ਕੇ ਆਈਦਾ ਹੈ। ਸੋ ਇਹ
ਧਰਮ ਗ੍ਰੰਥਾਂ ਦਾ, ਸ਼ਾਸਤਰਾਂ ਦਾ, ਵੇਦਾਂ ਦਾ ਇਹ ਨਿਯਮ ਹੈ। ਸਾਧੂ ਮਹਾਤਮਾ ਕੋਲੇ, ਵੈਦ ਕੋਲੇ, ਗੁਰੂ ਸਾਹਿਬ ਕੋਲੇ ਜਾਈਏ ਤਾਂ ਕੁਝ ਨਾ ਕੁਝ ਭੇਟਾ, ਤਿਲ ਫੁੱਲ ਜੋ ਮਰਜ਼ੀ ਲੈ ਜਾਓ, ਜ਼ਰੂਰ ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ ਹੈ, ਪ੍ਰੇਮ ਭੇਟਾ ਦਿਓ। ਇਹ ਬਹੁਤ ਸਾਰੀਆਂ ਸੰਗਤਾਂ ਵੀ ਨਿਤਾ ਪ੍ਰਤੀ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੀਆਂ ਹਨ। ਇੱਕ ਸਾਧ ਸੰਗਤ ਇਸ ਨਗਰ ਦੇ ਵਿੱਚ ਬਹੁਤ ਲੰਮੀ ਉਮਰ ਦਾ ਬਜ਼ੁਰਗ ਸਾਧੂ ਮਹਾਤਮਾ ਰਹਿੰਦਾ ਹੈ। ਉਹਨਾਂ ਨੇ ਜਦੋਂ ਇਹ ਖਬਰ ਸੁਣੀ ਆਪਣੇ ਕੰਨੀ ਕਿ ਸਤਿਗੁਰੂ ਸਾਹਿਬ ਜੀ 10ਵੇਂ ਪਾਤਸ਼ਾਹ ਬੁਰਹਾਨਪੁਰ ਦੀ ਧਰਤੀ ਉੱਤੇ ਚਰਨ ਪਾ ਰਹੇ ਹਨ, ਤਾਂ ਸਾਧ ਸੰਗਤ ਇਹ ਬੜਾ ਗਦਗਦ ਹੋਇਆ, ਬੜਾ ਪ੍ਰਸੰਨ ਹੋਇਆ, ਮਾਨੋ ਵੀ ਇਹਦੇ ਅੰਮ੍ਰਿਤ ਘੁਲ ਗਿਆ ਕੰਨਾਂ ਦੇ ਵਿੱਚ ਇਹ ਖਬਰ ਸੁਣ ਕੇ। ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦੀਦਾਰਿਆਂ ਨੂੰ ਉਸੇ ਵੇਲੇ ਚੱਲ ਪਿਆ। ਆਪਣੇ ਆਸ਼ਰਮ ਡੇਰੇ ਵਿੱਚੋਂ ਨਿਕਲ ਕੇ ਜਿਸ ਜਗ੍ਹਾ ਸਤਿਗੁਰੂ ਜੀ ਦੀਵਾਨ ਵਿੱਚ ਸੁਸ਼ੋਭਿਤ ਹਨ, ਦੂਰੋਂ ਇਹਦੀ ਨਜ਼ਰ ਪਈ। ਸਤਿਗੁਰੂ ਜੀ ਦਾ ਸੂਰਜ ਵਾਂਗ ਚਮਕਦਾ ਦਮਕਦਾ ਚਿਹਰਾ ਤੱਕਿਆ। ਉਮਰ ਬੜੀ ਵਡੇਰੀ ਹੋ ਚੁੱਕੀ ਹੈ ਸਾਧੂ ਦੀ, ਡੋਲਦੇ ਕਦਮਾਂ ਦੇ ਨਾਲ ਨੇਤਰਾਂ ਵਿੱਚੋਂ ਨੀਰ ਵਹਿੰਦਾ। ਸਤਿਗੁਰੂ ਦਾ ਪ੍ਰੇਮ ਹਿਰਦੇ ਵਿੱਚ ਹੈ। ਸਤਿਗੁਰੂ ਜੀ ਵੱਲ ਨੂੰ ਜਾ ਰਿਹਾ, ਦੂਰੋਂ ਦੇਖ ਡੰਡੌਤ ਕਰ। ਦੂਰੋਂ ਹੀ ਦੇਖ ਕੇ ਡੰਡੌਤ ਕਰ ਦਿੱਤੀ, ਨਮਸਕਾਰ ਕਰ ਦਿੱਤੀ, ਧਰਤੀ ਉੱਤੇ ਲੰਮਾ ਪੈ ਗਿਆ। ਮਨ ਵਿੱਚ ਇਹ ਭਾਵਨਾ ਆਈ ਕਿ ਮੈਂ ਸਤਿਗੁਰੂ ਜੀ ਦੇ ਚਰਨ ਫੜ ਰੱਖੇ। ਉਧਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਪਤਾ ਲੱਗਿਆ, ਨਿਗਾਹ ਪਈ ਸਾਹਮਣੇ, ਆਪਣੇ ਬਿਰਧ ਨੂੰ ਸੰਭਾਲਦਿਆਂ ਹੋਇਆਂ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਵੀ ਦਰਬਾਰ ਵਿੱਚੋਂ, ਸੰਗਤ ਦੇ ਵਿੱਚੋਂ ਉੱਠ ਕੇ ਵਾਹੋ ਦਾਹੀ ਚੱਲ ਪਏ। ਜਾ ਕੇ ਇਹ ਸਾਧੂ ਨੂੰ ਆਪਣੇ ਦੋਵਾਂ ਹੱਥਾਂ ਦੇ ਨਾਲ ਉੱਪਰ ਉਠਾਇਆ, ਖੜਾ ਕੀਤਾ, ਗਲ ਦੇ ਨਾਲ ਲਾ ਲਿਆ, ਛਾਤੀ ਨਾਲ ਲਾ ਲਿਆ। ਸਤਿਗੁਰੂ ਜੀ ਬੜੇ ਆਦਰ ਨਾਲ ਦੀਵਾਨ ਵਿੱਚ ਲੈ ਕੇ ਆਏ, ਸਤਿਕਾਰ ਦੇ ਸਹਿਤ ਆਪਣੇ ਕੋਲ ਬਿਠਾਇਆ। ਸਤਿਗੁਰੂ ਕਹਿੰਦੇ, ਮਹਾਤਮਾ ਜੀ ਬੜੇ ਪਿਆਰ ਵਾਲੇ ਹੋ, ਇੱਕ ਗੱਲ ਦੱਸੋ ਕਿ ਕਾਮ, ਕ੍ਰੋਧ, ਲੋਭ, ਹੰਕਾਰ ਇਤਿਆਦਿਕ ਵਿਕਾਰ ਤੁਹਾਡੇ ਨਾਸ਼ ਹੋ ਗਏ ਹਨ ਨਾਮ ਜਪ ਜਪ ਕੇ, ਜਾਂ ਹਾਲੇ ਇਹਨਾਂ ਦੇ ਬੰਧਨਾਂ ਵਿੱਚ ਹੀ ਫਿਰਦੇ ਹੋ? ਉਸ ਵੇਲੇ ਮਹਾਤਮਾ ਨੇ ਕੁਝ ਬੋਲਿਆ ਨਾ ਗਿਆ। ਥੋੜਾ ਦੇਰ ਰੁਕ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ ਆਪ ਜੀ ਦੀ ਜਿਸ ਉੱਤੇ ਕਿਰਪਾ ਹੋਵੇ, ਆਪ ਜੀ ਦਾ ਨਾਮ ਜਪੇ ਜਿਹੜਾ, ਹਉਮੈ ਦਾ ਮਨ ਵਿੱਚੋਂ ਨਾਸ਼ ਹੋ ਜਾਵੇ। ਹਉਮੈ ਦੇ ਕਰਕੇ ਸਾਰੇ ਵਿਕਾਰ ਉਪਜਦੇ ਆ, ਤੇ ਫਿਰ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਆਪ ਜੀ ਦੀ ਕਿਰਪਾ ਦੇ ਨਾਲ ਬੜਾ ਬਚਾਅ ਹੈ। ਫਿਰ ਸਾਧੂ ਦੱਸਣ ਲੱਗਾ, ਮਹਾਰਾਜ ਜਦੋਂ ਆਪ ਜੀ ਦਾ ਆਗਮਨ ਹੋਇਆ ਪਟਨਾ ਸ਼ਹਿਰ ਵਿਖੇ ਭਵ ਲਿਓ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧੋਬੜੀ ਸਾਹਿਬ ਸਨ, ਬ੍ਰਹਮਪੁੱਤਰ ਨਦੀ ਦੇ ਕਿਨਾਰੇ। ਮੈਂ ਵੀ ਉਹਨਾਂ ਦੇ ਕੋਲ ਦਰਸ਼ਨ ਕਰਨ ਪਹੁੰਚਿਆ ਹੋਇਆ ਸੀ। ਬੜੀਆਂ ਮਹਾਰਾਜ ਖੁਸ਼ੀਆਂ ਕੀਤੀਆਂ। ਗੁਰੂ ਮਹਾਰਾਜ ਨੇ ਵੀ ਰਾਜੇ ਬਿਸ਼ਨ ਸਿੰਘ ਦੀ ਮਦਦ ਤੇ ਗਏ ਸੀ। ਸਤਿਗੁਰੂ ਰਾਜੇ ਬਿਸ਼ਨ ਸਿੰਘ ਦੀਆਂ ਸਾਰੀਆਂ ਫੌਜਾਂ ਨੇ ਵੀ ਬੜੇ ਨਗਾਰੇ ਵਜਾਏ, ਬੜਾ ਪੁੰਨਦਾਨ ਕੀਤਾ ਗਿਆ ਆਪ ਜੀ ਦੇ ਜਨਮ ਤੇ। ਮੈਂ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਿ ਮਹਾਰਾਜ ਜਿਸ ਬਾਲਕ ਦੇ ਜਨਮ ਦੇ ਉੱਤੇ ਇੰਨੀਆਂ ਖੁਸ਼ੀਆਂ ਮੰਗਲ ਹੋਏ ਹਨ, ਉਹ ਬਾਲਕ ਕੌਣ ਹੈ, ਕੈਸਾ ਉਹਨਾਂ ਦਾ ਜੀਵਨ ਹੋਵੇਗਾ? ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤੋ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਸ ਵੇਲੇ ਆਖਿਆ ਕਿ ਸੰਤ ਜੀ, ਇਹ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਲੈ ਕੇ ਅਕਾਲ ਦੇ ਸੁੱਤ, ਅਕਾਲ ਦੇ ਪੁੱਤਰ ਆਪ ਦੁਸ਼ਟ ਦਮਨ ਧਰਤੀ ਦੇ ਉੱਤੇ ਆਏ ਆ। ਸਾਡੇ ਘਰੇ ਤਾਂ ਸਾਡੀ 40 ਸਾਲਾਂ ਤੋਂ ਉੱਪਰ ਉਮਰ ਹੋ ਗਈ ਸੀ, ਕੋਈ ਬੱਚਾ ਬੱਚੀ ਜਨਮਿਆ ਨਹੀਂ ਸੀ। ਇੰਨੀ ਉਮਰ ਦੇ ਵਿੱਚ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਸਾਨੂੰ ਆ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਔਰ ਇਹ ਬੜੇ ਮਹਾਬਲੀ ਹੋਣਗੇ, ਬੜੇ ਜੰਗਾਂ ਯੁੱਧਾਂ ਦੇ ਵਿੱਚ ਦੁਸ਼ਮਣਾਂ ਨੂੰ ਹਰਾਉਣਗੇ, ਔਰ ਇਸ ਧਰਤੀ ਦੇ ਉੱਤੇ ਤੀਸਰਾ ਪੰਥ ਖਾਲਸਾ ਪੰਥ ਪ੍ਰਗਟ ਕਰਨਗੇ। ਤੇ ਸੰਤ ਜੀ, ਤੁਹਾਨੂੰ ਉਹਨਾਂ ਦੇ ਦਰਸ਼ਨ ਕਰਨ ਜਾਣ ਦੀ ਲੋੜ ਨਹੀਂ ਹੈ।
ਤੁਸੀਂ ਜਾਓ ਆ ਦੱਖਣ ਦਿਸ਼ਾ ਦੇ ਵਿੱਚ ਕਿਸੇ ਨਦੀ ਦੇ ਕਿਨਾਰੇ ਕਿਤੇ ਸੋਹਣੀ ਜਗ੍ਹਾ ਦੇਖ ਕੇ ਤਪੱਸਿਆ ਕਰੋ, ਰੱਬ ਦਾ ਨਾਮ ਜਪੋ, ਤੁਹਾਨੂੰ ਆਪਣੇ ਆਪ ਉੱਥੇ ਆ ਕੇ ਦਰਸ਼ਨ ਦੇਣਗੇ। ਗੁਰੂ ਮਹਾਰਾਜ ਅੱਜ ਮੇਰੇ ਪੂਰਬਲੇ ਭਾਗ ਜਾਗੇ ਐ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੈਨੂੰ ਆ ਕੇ ਦਰਸ਼ਨ ਦੇ ਕੇ ਨਿਹਾਲ ਕੀਤਾ, ਕਿਰਤ ਕਰ ਦਿੱਤਾ ਹੈ। ਹੁਣ ਸਤਿਗੁਰੂ ਜੀ ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜਿੱਥੇ ਹੋਰ ਸੰਗਤਾਂ ਦੀਆਂ ਭਾਵਨਾ ਪੂਰੀਆਂ ਕਰਦੇ ਹੋ, ਮਹਾਰਾਜ ਕਿਰਪਾ ਕਰੋ ਮੇਰੇ ਡੇਰੇ ਦੇ ਵਿੱਚ ਵੀ ਆਪ ਚਰਨ ਪਾਓ ਆ ਕੇ। ਮੈਂ ਸਾਰੀਆਂ ਸੰਗਤਾਂ ਦੇ ਸਮੇਤ ਆਪ ਜੀ ਦਾ ਭੋਜਨ ਪ੍ਰਸ਼ਾਦਾ ਤਿਆਰ ਰੱਖਾਂਗਾ, ਖਾਲਸੇ ਨੂੰ ਵੀ ਲੈ ਕੇ ਆਓ, ਆਪ ਵੀ ਆਓ ਤੇ ਆ ਬਰਹਾਨਪੁਰ ਜਾਂ ਨੇੜੇ ਤੇੜੇ ਦੀਆਂ ਜਿੰਨੀਆਂ ਸੰਗਤਾਂ, ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ, ਸਾਰੇ ਮੇਰੇ ਡੇਰੇ ਆ ਕੇ ਭੋਜਨ ਛਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਹਿੰਦੇ, ਸੰਤ ਜੀ ਅਸੀਂ ਜ਼ਰੂਰ ਆਵਾਂਗੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਸਾਧੂ ਦੀ ਬੇਨਤੀ ਨੂੰ ਮੰਨ ਰਹੇ ਹਨ, ਉਹਦੇ ਮਨ ਦੀ ਭਾਵਨਾ ਦੇਖ ਕੇ ਬੜੇ ਪ੍ਰਸੰਨ ਹੋ ਰਹੇ ਹਨ। ਸੋ ਜਿਵੇਂ ਸਤਿਗੁਰੂ ਜੀ ਸੰਗਤਾਂ ਦੇ ਸਮੇਤ ਉਸ ਦੇ ਡੇਰੇ ਜਾ ਕੇ ਭੋਜਨ ਪ੍ਰਸ਼ਾਦਾ ਛਕਦੇ ਹਨ, ਸੋ ਆਓ ਬੜੇ ਪਿਆਰ ਦੇ ਨਾਲ ਅੱਗੇ ਜਿਵੇਂ ਕਥਾ ਆ ਰਹੀ ਹੈ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ, ਸੁਨਤ ਸਾਧ ਕੇ ਬਚਨ ਪਛ ਰਖਾਈ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਬੁਰਹਾਨਪੁਰ ਦੀ ਧਰਤੀ ਦੇ ਉੱਤੇ ਉਸ ਸਾਧੂ ਦੇ ਮਹਾਤਮਾ ਦੇ ਪਿਆਰ ਵਾਲੇ ਬੰਦਗੀ ਵਾਲੀ ਰੂਹ ਵਾਲੇ ਮਹਾਤਮਾ ਜੀ ਦੇ ਬਚਨ ਸੁਣ ਕੇ ਬੜੇ ਹਿਰਦੇ ਵਿੱਚ ਖੁਸ਼ ਹੋਏ। ਕਹਿਣ ਲੱਗੇ, ਹੇ ਸਾਧੂਓ, ਹੇ ਸੰਤ ਜੀ, ਤੁਸੀਂ ਲੋਕ ਅਤੇ ਪਰਲੋਕ ਦੀ ਕਮਾਈ ਕਰ ਲਈ ਹੈ। ਆ ਮਨੁੱਖਾ ਜਨਮ ਤੁਸੀਂ ਬੰਦਗੀ ਕਰ ਕਰਕੇ ਰੱਬ ਦਾ ਨਾਮ ਜਪ ਕੇ ਕ੍ਰਿਤ ਕਰ ਲਿਆ ਹੈ, ਨਿਹਾਲ ਹੋ ਗਏ ਹੋ, ਸਫਲਾ ਕਰ ਲਿਆ ਹੈ। ਮਹਾਰਾਜ ਬਚਨ ਕਰਦੇ ਆ, ਕਹਿੰਦੇ ਇਹ ਗੱਲ ਨਿਸ਼ਚੈ ਕਰਕੇ ਜਾਣ ਲਓ, ਤੁਹਾਡਾ ਸੰਸਾਰ ਵਿੱਚ ਮੁੜ ਕੇ ਫੇਰਾ ਨਹੀਂ ਹੋਵੇਗਾ, ਭਾਵ ਮੁਕਤ ਹੋ ਜਾਓਗੇ। ਕਿਉਂਕਿ ਤੁਸੀਂ ਹਰ ਪ੍ਰਕਾਰ ਦੇ ਵਿਕਾਰਾਂ ਨੂੰ, ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ ਛੱਡ ਕੇ ਇਹਨਾਂ ਦਾ ਤਿਆਗ ਕਰਕੇ ਆਪਣੇ ਮਨ ਨੂੰ ਉਜਲਾ ਸਾਫ਼ ਸਵੱਛ ਕੀਤਾ ਹੈ। ਫਿਰ ਮਨ ਨੂੰ ਸਿਰਫ ਸਾਫ਼ ਹੀ ਨਹੀਂ ਕੀਤਾ, ਇਹ ਸਾਫ਼ ਹੋਏ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰੰਗ ਪੱਕਾ ਕਰਕੇ ਲਾਇਆ ਹੋਇਆ ਹੈ। ਲਾਲ ਰੰਗ ਤਿਸ ਕੋ ਲੱਗੈ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਪਹਿਲਾਂ ਤਾਂ ਮਨ ਨੂੰ ਸਾਫ਼ ਕਰਨਾ, ਚਿੱਟਾ ਕਰਨਾ। ਜੇ ਵਸਤਰ ਸਾਫ਼ ਹੋਊਗਾ ਤਾਂ ਹੀ ਗੁਰੂ ਪਿਆਰੇ ਉਹਦੇ ਉੱਤੇ ਰੰਗ ਚੜੂਗਾ ਨਾ। ਜੇ ਪਹਿਲਾਂ ਹੀ ਮੈਲਾ ਹੈ, ਉਹਦੇ ਵਿੱਚ ਮੈਲ ਭਰੀ ਹੋਈ ਆ, ਤੇ ਉਹਨੂੰ ਰੰਗ ਕੀ ਚੜਨਾ। ਇਸੇ ਤਰ੍ਹਾਂ ਮਨ ਨੂੰ ਪਹਿਲਾਂ ਪਵਿੱਤਰ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦੇ ਵਿੱਚ ਵੀ ਬਚਨ ਕਰਦੇ ਹਨ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕਹਿੰਦੇ ਕੋਈ ਕੱਪੜਾ ਪਲੀਤ ਹੋ ਜਾਵੇ ਗੰਦਗੀ ਦੇ ਨਾਲ, ਮਲ ਮੂਤਰ ਆਦਿਕ ਦੇ ਨਾਲ, ਤੇ ਉਹਨੂੰ ਸਾਬਣ ਲਾ ਕੇ ਉਜਲਾ ਕਰ ਲਈਦਾ, ਧੋ ਲਈਦਾ। ਇਸੇ ਤਰ੍ਹਾਂ ਜਿਹੜੀ ਮਤ ਪਾਪਾਂ ਨਾਲ ਭਰੀ ਹੋਈ ਹੈ, ਇਹਨੂੰ ਸਾਫ਼ ਕਰਨ ਦਾ ਤਰੀਕਾ ਕੀ ਹੈ? ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ। ਪਹਿਲਾਂ ਉਹਨੂੰ ਧੋਈਏ, ਸਾਫ਼ ਕਰੀਏ, ਫਿਰ ਨਾਵੈ ਕੈ ਰੰਗ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਨਾਲ ਜਾਂ ਪ੍ਰੇਮ ਰੰਗ ਦੇ ਵਿੱਚ ਉਹਨੂੰ ਰੰਗ ਲਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਸੰਤ ਜੀ, ਤੁਸੀਂ ਮਨ ਨੂੰ ਪਵਿੱਤਰ ਸਾਫ਼ ਵੀ ਕੀਤਾ ਤੇ ਸਤਿਨਾਮ ਵਾਹਿਗੁਰੂ ਦਾ ਰੰਗ ਵੀ ਇੱਥੇ ਪੱਕਾ ਚਾੜ ਲਿਆ ਹੈ। ਔਰ ਇਹ ਪ੍ਰੇਮ ਦਾ ਰੰਗ ਐਸਾ ਰੰਗ ਹੈ ਜਿਹੜਾ ਕਦੇ ਉਤਰਦਾ ਨਹੀਂ। ਨਾਮ ਰੰਗ ਕਦੇ ਉਤਰ ਨਾ ਜਾਏ, ਇਹ ਕਦੇ ਉਤਰਦਾ ਨਹੀਂ, ਬਹੁਤ ਗਾੜਾ ਰੰਗ ਹੈ। ਔਰ ਇਹ ਪੁਰਾਣਾ ਵੀ ਨਹੀਂ ਹੁੰਦਾ।
ਬਲਕਿ ਦਿਨ ਪ੍ਰਤੀ ਦਿਨ ਇਹ ਪ੍ਰੇਮ ਰੰਗ ਵੱਧਦਾ ਹੀ ਰਹਿੰਦਾ ਹੈ। ਪ੍ਰਭ ਬਸ ਕਰਿਓ ਪ੍ਰੇਮ ਤੇ ਜਿਨੈ ਜਿਨ੍ਹਾਂ ਨੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਪ੍ਰੇਮ ਦੇ ਨਾਲ ਵਸ ਕੀਤਾ ਹੈ। ਕਿਉਂਕਿ ਉਹ ਵਾਹਿਗੁਰੂ ਨੂੰ ਵਸ ਕਰਨ ਦਾ ਤਰੀਕਾ ਗੁਰਬਾਣੀ ਵਿੱਚ ਸਤਿਗੁਰੂ ਜੀ ਦੱਸਦੇ ਆ, ਨਾ ਤੂੰ ਆਵੈ ਵਸ ਬਹੁਤ ਘਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹ ਭਗਤਾਂ ਦੇ ਵਸ ਵਿੱਚ ਆਉਂਦਾ ਹੈ। ਜੋ ਹਮ ਬਾਂਧੇ ਮੋਹ ਪਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਭਗਤ ਰਵਿਦਾਸ ਜੀ ਕਹਿੰਦੇ, ਹੇ ਵਾਹਿਗੁਰੂ, ਜੇ ਸਾਨੂੰ ਜੀਵਾਂ ਨੂੰ ਤੂੰ ਆ ਮਾਇਆ ਦੇ ਬੰਧਨਾਂ ਦੇ ਵਿੱਚ, ਮੋਹ ਦੇ ਬੰਧਨਾਂ ਦੇ ਵਿੱਚ ਬੰਨ੍ਹ ਕੇ ਰੱਖਦਾ, ਕਹਿੰਦੇ ਅਸੀਂ ਵੀ ਤਰੀਕਾ ਲੱਭ ਲਿਆ ਤੈਨੂੰ ਬੰਨਣ ਦਾ। ਜੋ तुम बाधे मोह फास, हम प्रेम बंधन तुम बाधे, अपने छूटन को जतन करो, हम छूटे तुम आराधे। कहते महाराज सानू मोह दे विच बंधे हो, असीं तां तुहाडा नाम जप के छुट गए आ, हुण असीं आ प्रेम दीआं डोरां पा के, प्रेम दे बंधन पा के तुहानू बंध लिया, तुसीं अपने छुटण दा यतन करो। हुण तुसीं किवें छुटोगे? भा प्रेम दे विच तुहानू जकड़ लिया, हुण तुसीं पासे नहीं जा सकदे साडे। और दशमेश पिता जी ने भी अपनी बाणी दे विच यही वचन कीते है, कहा भयो जो दो लोचन मूंद कै बैठ रहे हो, बक ध्यान लगायो, नाहत फिरो लिए सात समुंदरन, लोक गयो परलोक गो आयो, बास कियो बख्याम सो बैठ कै, ऐसे ही ऐसे सो बैस बतायो, साच कहो सुन लेहो सबै, जिन प्रेम कियो तिन ही प्रभ पायो। ਇੱਕੋ ਹੀ ਤਰੀਕਾ ਉਹ ਵਾਹਿਗੁਰੂ ਨੂੰ ਪਾਉਣ ਦਾ, ਪ੍ਰਾਪਤ ਕਰਨ ਦਾ, ਉਹ ਹੈ ਪ੍ਰੇਮ ਦਾ ਮਾਰਗ। ਸੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਵੀ ਬਚਨ ਕਰ ਰਹੇ ਨੇ, ਪ੍ਰਭ ਵਸ ਕਰਿਓ ਪ੍ਰੇਮ ਤੇ ਜਿਨੈ। ਜਿਨ੍ਹਾਂ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਵਾਹਿਗੁਰੂ ਨੂੰ ਬੰਨ੍ਹ ਲਿਆ, ਵਾਹਿਗੁਰੂ ਨੂੰ ਆਪਣੇ ਵਸ ਵਿੱਚ ਕਰ ਲਿਆ ਪ੍ਰੇਮ ਨਾਲ। ਤਿਨ ਕੋ ਕਹਿਓ ਨਾਮ ਕਿਉ ਹਮ ਮਨੈ, ਕਹਿੰਦੇ ਉਹਨਾਂ ਦਾ ਕਿਹਾ ਹੋਇਆ ਅਸੀਂ ਕਿਉਂ ਨਹੀਂ ਮੰਨਾਂਗੇ। ਜਾਂਤੀ ਨਿਤ ਆਏ ਸਰਨ ਸਾਰੀ, ਇਸ ਕਰਕੇ ਨਿੱਤਾ ਪ੍ਰਤੀ ਆਗਿਆ ਦੇ ਮੁਤਾਬਕ ਕਿਉ ਨਾ ਆਏ ਤੁਮ ਸਦਨ ਮਜਾਰੀ। ਅਸੀਂ ਸਾਰੀਆਂ ਸੰਗਤਾਂ ਦੇ ਜਾਂਦੇ ਆ ਤੇ ਤੁਹਾਡੇ ਘਰ ਕਿਉਂ ਨਹੀਂ ਆਵਾਂਗੇ? ਜ਼ਰੂਰ ਆਵਾਂਗੇ। ਇਤਿਆਦਿਕ ਬਲ ਕੈ ਸੁਣ ਕਰਕੇ, ਇਤਿਆਦਿਕ ਗੱਲਾਂ ਬਾਤਾਂ ਬਚਨ ਬਿਲਾਸ ਕਰਕੇ ਸੁਣ ਕੇ ਗਇਓ ਸੰਤ ਔਰ ਆਨੰਦ ਧਰ ਕੇ। ਸੰਤ ਬੜਾ ਖੁਸ਼ ਹੋਇਆ, ਬੜਾ ਹਿਰਦੇ ਵਿੱਚ ਪ੍ਰਸੰਨਤਾ ਧਾਰ ਕੇ ਚਲਿਆ ਗਿਆ। ਘਰ ਮੈਂ ਜਾਏ ਤਿਆਰ ਕਰ ਪੂਰਨ, ਆਪਣੇ ਘਰ ਆਪਣੇ ਡੇਰੇ ਆਸ਼ਰਮ ਦੇ ਵਿੱਚ ਜਾ ਕੇ ਤੁਰੰਤ ਹੀ ਤਿਆਰੀਆਂ ਸ਼ੁਰੂ ਕੀਤੀਆਂ। ਨਾਨਾ ਸੌਜਨ ਭੋਜਨ ਪੂਰਨ, ਅਨੇਕਾਂ ਪ੍ਰਕਾਰ ਦਾ ਸਾਜੋ ਸਮਾਨ ਲਿਆ ਕੇ ਭੋਜਨ ਤਿਆਰ ਕਰਵਾਇਆ। ਸੋਭਕਾਰ ਬਹੁਤ ਤਰ ਲਗਾਈ, ਬਹੁਤ ਚਾਤਰ ਸਿਆਣੇ ਸਿਆਣੇ ਵਧੀਆ ਜਿਹੜੇ ਪਕਵਾਨ ਤਿਆਰ ਕਰ ਸਕਦੇ ਹੋਣ, ਇਹੋ ਜਿਹੇ ਸੂਪਕਾਰ, ਇਹੋ ਜਿਹੇ ਰਸੋਈਏ ਹਲਵਾਈ ਲਾਏ। ਸੋ ਬੜਾ ਪ੍ਰੇਮ ਦੇ ਨਾਲ ਭੋਜਨ ਤਿਆਰ ਕਰਵਾਇਆ। ਖਟ ਰਸ ਸਵਾਦ ਅਨੇਕ ਬਣਾਈ, ਖਟ ਰਸ, ਛੇ ਰਸ, ਸਾਧ ਸੰਗਤ ਜੀ ਛੇ ਰਸਾਂ ਦੇ ਸਵਾਦ ਵਾਲੇ, ਖੱਟਾ, ਮਿੱਠਾ, ਲੂਣਾ, ਮਿੱਠਾ, ਤੁਰਸ਼ ਇਤਿਆਦਿਕ ਸਾਰੇ ਤਰ੍ਹਾਂ ਦੇ ਜਿਹੜੇ ਸਵਾਦ ਹੈ, 6 ਪ੍ਰਕਾਰ ਦੇ ਰਸਾਂ ਦੇ ਸਵਾਦ ਦੇ ਭੋਜਨ ਤਿਆਰ ਕਰਵਾਏ। ਦਹੀਂ ਦੁਗਧ ਮਿਠਾਨ ਪਨੀਰੀ, ਦਹੀਂ, ਦੁੱਧ, ਹੋਰ ਮਿੱਠੇ ਪਦਾਰਥ ਬਹੁਤ ਜ਼ਿਆਦਾ, ਸ਼ਾਰੀ ਜੁਗ ਅਸਨ ਬਡੇਰੀ, ਥੋੜੇ ਤਿੱਖੇ ਵੀ ਖੱਟੇ ਵੀ ਇਤਿਆਦਿਕ ਜਿਹੜੇ ਅਸਨ ਖਾਣ ਵਾਲੇ ਭੋਜਨ ਹਨ ਉਹ ਤਿਆਰ ਕਰਵਾਏ। ਦਾਲ ਮਸਾਲੇ ਜਾਲ ਮਸਾਲੇ, ਔਰ ਬਹੁਤ ਸਾਰੇ ਮਸਾਲੇ ਇਤਿਆਦਿਕ ਪਾ ਕੇ ਸਵਾਦ ਸੁਗੰਧਿਤ ਬਹੁ ਰਸਨਾਲੀ, ਔਰ ਬਹੁਤ ਹੀ ਸਵਾਦ, ਬੜੀਆਂ ਸੁਗੰਧੀਆਂ ਵਾਲੇ ਤੇ ਬੜੇ ਰਸਦਾਇਕ ਸੂਰਜ ਆਯੂ, ਇਤਿਆਦਿਕ ਭੋਜਨ ਪ੍ਰਸ਼ਾਦਾ ਤਿਆਰ ਕਰਵਾ ਕੇ ਜਦੋਂ ਸਾਧ ਸੰਗਤ ਜੀ ਸੂਰਜ ਇੱਕ ਪਹਿਰ ਚੜ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੁਲਾ ਕੇ ਲਿਆਉਣ ਵਾਸਤੇ ਸਾਧੂ ਚੱਲਿਆ।
ਆ ਕੇ ਪਹੁੰਚਿਆ, ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਬੇਨਤੀਆਂ ਕੀਤੀਆਂ। ਸਤਿਗੁਰੂ ਜੀ ਨੇ ਜੀ ਨੂੰ ਘੋੜੇ ਤੇ ਸਵਾਰ ਕਰਵਾ ਲਿਆ। ਨਾਲ ਹੀ ਸਾਰਾ ਜਿੰਨਾ ਖਾਲਸਾ ਦਲ ਹੈ ਸਤਿਗੁਰੂ ਜੀ ਦੇ ਚੱਲ ਪਿਆ। ਹੋਰ ਵੀ ਜਿੰਨੀ ਸੰਗਤ ਹੈ ਉਹ ਵੀ ਨਾਲ ਨਾਲ ਚੱਲ ਪਈ। ਇਹ ਸਾਧ ਨੇ, ਸਾਧੂ ਮਹਾਤਮਾ ਨੇ ਬੜੀ ਕਾਮਨਾ ਧਾਰ ਕੇ, ਬੜੀ ਇੱਛਾ ਧਾਰ ਕੇ ਸਾਰਿਆਂ ਨੂੰ ਪ੍ਰੇਮ ਨਾਲ ਬੁਲਾਇਆ। ਬਹੁਤ ਭੀੜ, ਬਹੁਤ ਸੰਗਤਾਂ ਦਾ ਇਕੱਠ ਸਤਿਗੁਰੂ ਸਾਹਿਬ ਜੀ ਦੇ ਨਾਲ ਹੋ ਤੁਰਿਆ। ਔਰ ਨਗਰ ਦੇ ਜਿੰਨੇ ਸਿੰਘ ਆ ਉਹ ਵੀ ਸਾਰੇ ਨਾਲ ਚੱਲ ਪਏ। ਇਉਂ ਸਤ ਸੰਗਤ ਦਾ ਬਹੁਤ ਭਾਰੀ ਜੋੜ ਮੇਲਾ ਬਣ ਗਿਆ। ਔਰ ਸਾਧੂ ਦੇ ਡੇਰੇ ਵਿੱਚ, ਉਹਦੀ ਧਰਮਸ਼ਾਲਾ, ਧਰਮ ਸਥਾਨ ਦੇ ਉੱਤੇ ਸਾਰੇ ਜਾ ਪਹੁੰਚੇ। ਲੰਗਰ ਛਕਾਉਣ ਵਾਸਤੇ ਅਨੇਕਾਂ ਪੰਗਤਾਂ ਲਾ ਕੇ ਸਾਰੇ ਬਿਠਾ ਦਿੱਤੇ। ਔਰ ਬਿਲਕੁਲ ਵਿਚਕਾਰ ਸਾਰੀਆਂ ਸੰਗਤਾਂ ਦੇ ਇੱਕ ਬਹੁਤ ਵੱਡੀ ਚੌਂਕੀ ਢਹਾ ਦਿੱਤੀ। ਔਰ ਬੜੇ ਕਢਾਈ ਵਾਲੇ ਸੁੰਦਰ ਬਸਤਰ ਦੇ ਨਾਲ ਉਹ ਚੌਂਕੀ ਨੂੰ ਉੱਪਰੋਂ ਢਕਿਆ, ਉਹਦੇ ਉੱਪਰ ਵਿਛਾਇਆ ਗਿਆ ਕੱਪੜਾ। ਬਹੁਤ ਆਦਰ ਸਤਿਕਾਰ ਦੇ ਸਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਬਿਠਾ ਲਿਆ। ਔਰ ਇੱਕ ਬਹੁਤ ਵੱਡਾ ਥਾਲ, ਉਹਦੇ ਵਿੱਚ ਅਨੇਕਾਂ ਪ੍ਰਕਾਰ ਦਾ ਭੋਜਨ ਪ੍ਰਸ਼ਾਦਾ ਪਰੋਸ ਕੇ ਸਤਿਗੁਰੂ ਜੀ ਅੱਗੇ ਲਿਆ ਰੱਖਿਆ, ਜਿਸ ਵਿੱਚ ਤਿਹਾਵਲ, ਕੜਾਹ ਪ੍ਰਸ਼ਾਦ ਇਤਿਆਦਿਕ ਹੋਰ ਬਹੁਤ ਸਾਰੀਆਂ ਵਸਤੂਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਗਾੜੀ ਅੱਗੇ ਲਿਆ ਰੱਖਿਆ। ਔਰ ਬੜੀ ਸੁਗੰਧੀ ਵਾਲਾ ਜਿਹੜਾ ਜਲ ਹੈ ਉਹ ਛਿੜਕਿਆ ਗਿਆ, ਕੇਵੜਾ ਆਦਿਕ ਛਿੜਕਿਆ। ਹੋ ਇਸੇ ਪ੍ਰਕਾਰ ਸੀਤ ਸੁਗੰਧਤ ਦੇ ਕਰ ਬਾਰੀ। ਸੋ ਬੜਾ ਵਧੀਆ ਜਿਹੜਾ ਸਾਧ ਸੰਗਤ ਜੀ ਸ਼ਰਬਤ ਵਾਲਾ ਜਿਹੜਾ ਪਾਣੀ, ਸ਼ਰਬਤ ਵਾਲਾ ਜਲ ਸਤਿਗੁਰੂ ਜੀ ਨੂੰ ਪਰੋਸਿਆ ਗਿਆ। ਔਰ ਇਸ ਪ੍ਰਕਾਰ ਸਾਰੀ ਸੰਗਤ ਨੂੰ ਭੋਜਨ ਵਰਤਾਉਣ ਦੇ ਲਈ ਵਰਤਾਉਣ ਵਾਲਿਆਂ ਨੇ ਸਾਰਿਆਂ ਨੂੰ ਜਲਦੀ ਜਲਦੀ ਵਰਤਾ ਦਿੱਤਾ। ਔਰ ਇਸ ਪ੍ਰਕਾਰ ਸਾਰੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਭੋਗ ਲਾਇਆ ਸਾਰੇ ਛਕਣ ਲੱਗ ਪਏ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਸਵਾਦਲਾ ਭੋਜਨ ਛਕ ਕਰਕੇ ਬੜੇ ਤ੍ਰਿਪਤ ਹੋਏ। ਔਰ ਅਨੇਕਾਂ ਪ੍ਰਕਾਰ ਦਾ ਜਿਹੜਾ ਭੋਜਨ ਤਿਆਰ ਕੀਤਾ ਹੋਇਆ ਸੀ ਸਤਿਗੁਰੂ ਨੇ ਉਹਦੀ ਬੜੀ ਸਰਉਤਾ ਕੀਤੀ। ਬਾਕੀ ਵੀ ਸਾਰੀਆਂ ਸੰਗਤਾਂ ਬੜਾ ਸੁੰਦਰ ਸਵਾਦ ਭੋਜਨ ਦਾ ਲੈ ਕੇ ਸਭ ਤ੍ਰਿਪਤ ਹੋਏ, ਖੁਸ਼ ਹੋਏ। ਨਗਰ ਦੇ ਲੋਕ ਕਹਿੰਦੇ ਹਨ ਕਿ ਮਹਾਰਾਜ ਪਹਿਲਾਂ ਵੀ ਕਈ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਵੀ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਹੈ ਇਸ ਤਰ੍ਹਾਂ ਦਾ ਸਵਾਦ ਵਾਲਾ। ਧੰਨ ਇਹ ਸਾਧੂ ਮਹਾਤਮਾ ਹਨ ਜਿਨ੍ਹਾਂ ਨੇ ਐਸਾ ਮੇਲ ਮਿਲਾਪ ਸਾਰੀਆਂ ਸੰਗਤਾਂ ਦਾ ਕੀਤਾ। ਬਹੁਤ ਸਵਾਦਾਂ ਦੇ ਨਾਲ ਸਾਰਿਆਂ ਨੇ ਭੋਜਨ ਛਕਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਚੂਲਾ ਕਰ ਲਿਆ, ਭੋਜਨ ਪ੍ਰਸ਼ਾਦਾ ਛਕ ਕੇ ਹੱਥ ਸਾਫ਼ ਕਰ ਚੁੱਕੇ, ਤਾਂ ਉਸ ਵੇਲੇ ਮਹਾਰਾਜ ਦੇ ਕੋਲ ਆਇਆ ਸਾਧੂ। ਬੜਾ ਨਿਮਰਤਾਵਾਨ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਲਿਪਟ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਉੱਤੇ ਬੜੀ ਖੁਸ਼ੀ ਕੀਤੀ, ਬੜੀ ਪ੍ਰਸੰਨਤਾ ਕੀਤੀ। ਇਹਦੇ ਹਿਰਦੇ ਅੰਦਰ ਉਸੇ ਵੇਲੇ ਬ੍ਰਹਮ ਗਿਆਨ ਪੈਦਾ ਹੋ ਗਿਆ। ਸਾਰੇ ਜਹਾਨ ਦੇ ਵਿੱਚ ਇੱਕੋ ਹੀ ਪਰਮਾਤਮਾ ਦਿਖਣ ਲੱਗ ਪਿਆ। ਏਕੋ ਬ੍ਰਹਮੰ ਦੁਤੀਆ ਨਾਸਤੀ।
ਇੱਕੋ ਪਾਰ ਬ੍ਰਹਮ ਪਰਮੇਸ਼ਰ ਸਾਰੇ ਨਜ਼ਰ ਆਉਣ ਲੱਗ ਪਿਆ। ਉਹਦੇ ਪ੍ਰਭੂ ਡੀਰੀ ਨੇ ਆਈ। ਕਿਉਂ ਸੰਤ ਜੀ ਨੂੰ ਨਿਹਾਲ ਕਰਕੇ ਉਹਦੀ ਭਾਵਨਾ ਪੂਰੀ ਕਰਕੇ ਸਤਿਗੁਰੂ ਜੀ ਉੱਥੋਂ ਉੱਠੇ, ਆਪਣੇ ਟਿਕਾਣੇ ਆ ਪਹੁੰਚੇ ਫਿਰ ਪਰਿਅੰਗ ਪਰ ਹੋਏ ਸੁਖ ਪਾਈ। ਔਰ ਆ ਕੇ ਆਪਣੇ ਪਲੰਘ ਦੇ ਉੱਤੇ ਸਤਿਗੁਰੂ ਜੀ ਵਿਰਾਜਮਾਨ ਹੋ ਕੇ ਸੁਖ ਪ੍ਰਾਪਤ ਕੀਤਾ। ਬੀਜੀ ਰਾਤ ਪ੍ਰਭਾਤ ਭੀ। ਰਾਤ ਬਤੀਤ ਹੋਈ, ਸਵੇਰ ਦਾ ਵੇਲਾ ਹੋਇਆ। ਉਸ ਵੇਲੇ ਦੋ ਕਾਸਦ, ਦੋ ਹਲਕਾਰੇ ਚਿੱਠੀ ਲੈ ਕੇ ਆਉਣ ਵਾਲੇ ਸਤਿਗੁਰੂ ਕੋਲ ਪਹੁੰਚੇ। ਇਹ ਜਿਹੜੀ ਚਿੱਠੀ ਸੀ ਇਹ ਬਹਾਦਰ ਸ਼ਾਹ ਨੇ ਲਿਖੀ ਹੋਈ ਸੀ ਔਰ ਸਤਿਗੁਰੂ ਜੀ ਵੱਲ ਭੇਜੀ ਸੀ। ਲਿਖਿਓ ਸ਼ੌਂਕਨਾਮਾ ਦੀਦੇ ਦਰਸ ਆਈ। ਔਰ ਇਹ ਬੜਾ ਭਾਵਨਾ ਦੇ ਨਾਲ ਇਹਨੇ ਪ੍ਰੇਮ ਪੱਤਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਲਿਖਿਆ। ਵਿੱਚ ਕੀ ਲਿਖਦਾ ਬਹਾਦਰ ਸ਼ਾਹ ਕਿ ਮਹਾਰਾਜ ਕਿਰਪਾ ਕਰੋ, ਦੀਜੇ ਦਰਸ ਆਏ, ਆ ਕੇ ਮੈਨੂੰ ਦਰਸ਼ਨ ਦੇਵੋ। ਮਹਾਂਪੀਰ ਮੇਰੀ ਕੀ ਬਾਤ ਭਾਈ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮੇਰੇ ਮਹਾਂਪੀਰ ਹੋ, ਪੀਰਾਂ ਦੇ ਵੀ ਪੀਰ ਹੋ। ਮੈਨੂੰ ਇਹ ਗੱਲ ਆਪ ਜੀ ਦੀ ਬੜੀ ਚੰਗੀ ਲੱਗੀ। ਤੁਮਾਰੀ ਮਿਹਰ ਦੀ ਮਹਾਂਦੀਜ ਹੋਵਾ। ਮਹਾਰਾਜ ਆਪ ਜੀ ਦੀ ਮਿਹਰ ਦਾ ਸਦਕਾ, ਆਪ ਜੀ ਦੀ ਕਿਰਪਾ ਸਦਕਾ ਹੀ ਮੇਰਾ ਇਹ ਜਿਹੜਾ ਬੜਾ ਤੇਜ ਪ੍ਰਤਾਪ ਵੱਧ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਜਹਾਨ ਵਿੱਚ ਤੇ ਉਸ ਜਹਾਨ ਲੋਕ ਅਤੇ ਪਰਲੋਕ ਵਿੱਚ ਆਪ ਜੀ ਦੇ ਮਨਿੰਦ, ਆਪ ਜੀ ਦੇ ਬਰਾਬਰ ਮੇਰੇ ਵਾਸਤੇ ਹੋਰ ਕੋਈ ਨਹੀਂ ਹੈ ਦੂਜਾ। ਮਹਾਰਾਜ ਆਪ ਜੀ ਤਾਂ ਭਿਖਾਰੀਆਂ ਨੂੰ ਰਾਜੇ ਬਣਾ ਦਿੰਦੇ ਹੋ, ਕੋਈ ਦੇਰ ਨਹੀਂ ਲਾਉਂਦੇ। ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਮੇਰੇ ਉੱਤੇ ਇਲਾਹੀ ਫਜ਼ਲ ਹੋ ਗਿਆ ਹੈ, ਅੱਲਾਹ ਦੀ ਰਹਿਮਤ ਹੋਈ ਹੈ। ਮਹਾਰਾਜ ਤੁਹਾਡੇ ਦਰਸ਼ਨ ਕੀਤਿਆਂ ਕਈ ਦਿਨ ਹੋ ਗਏ, ਬੜੀ ਦੇਰੀ ਕਰ ਦਿੱਤੀ ਆਪ ਜੀ ਨੇ, ਆਪ ਜੀ ਪਿੱਛੇ ਰਹਿ ਗਏ ਹੋ। ਮਹਾਰਾਜ ਆਪ ਜੀ ਕਿੱਥੇ ਹੋ, ਕਿਹੜੀਆਂ ਸੰਗਤਾਂ ਦੇ ਪ੍ਰੇਮ ਨੂੰ ਆਪ ਜੀ ਪਰਖ ਰਹੇ ਹੋ, ਕਿੰਨਾ ਸੰਗਤਾਂ ਨੂੰ ਨਿਹਾਲ ਕਰ ਰਹੇ ਹੋ। ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾਂ ਦਾ ਬੜਾ ਤਲਬਗਾਰ ਹਾਂ, ਬੜੀ ਮੇਰੇ ਮਨ ਦੇ ਵਿੱਚ ਪਿਆਸ ਹੈ, ਆਪ ਜੀ ਦੇ ਦਰਸ਼ਨਾਂ ਦਾ ਚਾਹਵਾਨ ਹਾਂ, ਕਦੋਂ ਤੁਹਾਡੇ ਦਰਸ਼ਨ ਕਰਾਂ। ਮਹਾਰਾਜ ਮੇਰੇ ਪ੍ਰੇਮ ਨੂੰ ਜਾਣੋ, ਹੁਣ ਦੇਰੀ ਨਾ ਕਰੋ, ਆ ਕੇ ਦਰਸ਼ਨ ਦੇਵੋ। ਜਦੋਂ ਸਤਿਗੁਰੂ ਜੀ ਨੇ ਬਹਾਦਰ ਸ਼ਾਹ ਦੀ ਇਹ ਚਿੱਠੀ ਵਿਚਲੇ ਬੋਲ ਸੁਣੇ, ਉਸੇ ਵੇਲੇ ਸਤਿਗੁਰੂ ਜੀ ਨੇ ਤਿਆਰੀ ਕਰਵਾ ਲਈ। ਬਹੁਤ ਛੇਤੀ ਛੇਤੀ ਘੋੜਿਆਂ ਦੇ ਉੱਤੇ ਕਾਠੀਆਂ ਪਵਾ ਲਈਆਂ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੁਰਹਾਨਪੁਰ ਨਗਰ ਦੀਆਂ ਸਿੱਖ ਸੰਗਤਾਂ ਤੋਂ ਵਿਦਾਇਗੀ ਲੈ ਕੇ ਇਹਨਾਂ ਨੂੰ ਆਪਣੀ ਸੰਗਤ ਜਾਣ ਕੇ, ਆਪਣੇ ਸਿੱਖ ਜਾਣ ਕੇ ਬਹੁਤ ਖੁਸ਼ੀਆਂ ਪ੍ਰਦਾਨ ਕੀਤੀਆਂ। ਘੋੜੇ ਉੱਤੇ ਸਵਾਰ ਹੋ ਕੇ ਸਤਿਗੁਰੂ ਜੀ ਨੇ ਆਪਣੇ ਅਗਲੇ ਰਸਤੇ ਵੱਲ ਨੂੰ ਪਿਆਨਾ ਕੀਤਾ, ਚਾਲਾ ਮਾਰਿਆ ਔਰ ਬਹੁਤ ਸੁਜਾਨ, ਬਹੁਤ ਸਿਆਣੇ ਸਿਆਣੇ ਸਿੱਖ ਖਾਲਸੇ ਸਤਿਗੁਰੂ ਦੇ ਨਾਲ ਚੱਲੇ। ਬਹੁਤ ਸਾਰਾ ਰਸਤਾ ਲੰਘਦੇ ਲੰਘਦੇ ਹੋਏ ਜਾ ਪਹੁੰਚੇ ਜਿੱਥੇ ਬਹਾਦਰ ਸ਼ਾਹ ਦਾ ਲਸ਼ਕਰ, ਇਹਦੀਆਂ ਫੌਜਾਂ ਸਾਰਿਆਂ ਨੇ ਉਤਾਰਾ ਕੀਤਾ ਹੋਇਆ ਹੈ। ਅੱਗੇ ਬਹਾਦਰ ਸ਼ਾਹ ਜਿਹੜਾ ਆਪਣੇ ਘੋੜੇ ਦੇ ਉੱਤੇ ਚੜਿਆ ਹੋਇਆ ਕਿਸੇ ਪਾਸੇ ਜਾ ਰਿਹਾ ਸੀ। ਥੋੜੇ ਜਿਹੇ ਬੰਦੇ ਇਹਦੇ ਨਾਲ ਹੈ, ਕਿਸੇ ਪਾਸੇ ਜਾ ਰਿਹਾ ਹੈ। ਅਚਨ ਚੇਤ ਇਧਰੋਂ ਸਤਿਗੁਰੂ ਸਾਹਿਬ ਜੀ ਦੀ ਸਵਾਰੀ ਵੀ ਆ ਪਹੁੰਚੀ। ਜਦੋਂ ਬਿਲਕੁਲ ਅੱਗੇ ਦੇ ਸਾਹਮਣੇ ਸਤਿਗੁਰੂ ਜੀ ਆਏ, ਇਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸੇ, ਸਤਿਗੁਰੂ ਜੀ ਨੂੰ ਸੀਸ ਨਵਾਇਆ, ਨਮਸਕਾਰ ਕੀਤੀ।
ਬੜਾ ਪ੍ਰੇਮ ਧਾਰ ਕੇ ਇਹਨੇ ਸਤਿਗੁਰੂ ਜੀ ਦੇ ਚਰਨਾਂ ਤੇ ਬੇਨਤੀ ਕੀਤੀ। ਗੁਰ ਸੂਰਜ ਕੋ ਦਰਸ਼ਨ ਹੀ हे ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਸੂਰਜਵਤ ਹੋ, ਆਪ ਜੀ ਦੇ ਦਰਸ਼ਨ ਮੈਨੂੰ ਹੋ ਗਏ ਹਨ। ਦਿਸੇ ਦ੍ਰਿਗ ਅਰਵਿੰਦ ਬਡੇਰੀ ਇਹਦੇ ਨੇਤਰ ਜਿਹੜੇ ਬੜੇ ਵਿਗਸ ਗਏ, ਬੜੀਆਂ ਅੱਖਾਂ ਨੂੰ ਸਾਧ ਸੰਗਤ ਜੀ ਪ੍ਰਸੰਨਤਾ ਹੋਈ। ਬਹਾਦਰ ਸ਼ਾਹ ਦੇ ਨੇਤਰ ਵਿਗਸੇ, ਜਿਹੜੇ ਚਰਨਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਦਰਸ਼ਨ ਕਰਕੇ ਕਮਲਾ ਵਾਂਗ ਖਿੜ ਗਿਆ। ਹਰੀ ਬਾਤ ਹੋਈ ਪ੍ਰਭ ਆਈ ਮਹਾਰਾਜ ਬਹੁਤ ਚੰਗੀ ਗੱਲ ਹੋਈ, ਆਪ ਜੀ ਆ ਗਏ ਹੋ। ਮਰੀਦ ਸਮ ਦਰਸ ਦਿਖਾਈ ਮੈਨੂੰ ਆਪਣਾ ਮਰੀਦ ਜਾਣ ਕੇ, हे ਪੀਰ ਜੀ, ਆਪ ਜੀ ਨੇ ਦਰਸ਼ਨ ਦਿੱਤੇ ਹਨ। ਪੀਰ ਮਰੀਦਾਂ ਪਿਰਹੜੀ ਉਹ ਨਿਭ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਕਮਲਾਂ ਦੇ ਨਾਲ ਮੇਰੀ ਮੁਰੀਦ ਦੀ, ਆਪ ਜੀ ਪੀਰ ਜੀ ਦੇ ਚਰਨਾਂ ਉੱਤੇ ਬਹੁਤ ਸ਼ਰਧਾ ਹੈ। ਆਪ ਜੀ ਮੈਨੂੰ ਆਪਣਾ ਸੇਵਕ ਜਾਣ ਕੇ ਦਰਸ਼ਨ ਦੇ ਰਹੇ ਹੋ। ਸ੍ਰੀ ਗੁਰ ਬਹੁਤੇ ਦਿਨ ਸੁਖਤਾਈ हे ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਬਹੁਤ ਹੀ ਦਿਨ ਲਾ ਆਏ ਰਸਤੇ ਵਿੱਚ। ਇਧਰ ਮਹਾਰਾਜ ਮੈਂ ਤਾਂ ਤੁਹਾਡੀ ਤਰਫ ਹੀ ਮਨ ਲਾ ਕੇ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸੋਹਣੀ ਜਗ੍ਹਾ ਦੇਖ ਕੇ ਡੇਰਾ ਕਰੋ। ਆਪ ਜੀ ਕਿਰਪਾ ਕਰੋ, ਆਪਣੇ ਚੇਲੇ ਨੂੰ, ਆਪਣੇ ਇਸ ਮਰੀਦ ਨੂੰ ਨਿਹਾਲ ਕਰੋ। ਉਸ ਵੇਲੇ ਬਹਾਦਰ ਸ਼ਾਹ ਦੀ ਗੱਲਬਾਤ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ। ਕਹਿੰਦੇ ਬਹਾਦਰ ਸ਼ਾਹ ਕੀ ਕਰੀਏ, ਉਹ ਬੁਰਹਾਨਪੁਰ ਨਗਰ ਦੇ ਵਿੱਚ ਸੰਗਤ ਹੀ ਬਹੁਤ ਜ਼ਿਆਦਾ ਸੀ। ਅਸੀਂ ਆਉਣਾ ਚਾਹੁੰਦੇ ਸੀ, ਪਰ ਉਹਨਾਂ ਨੇ ਪ੍ਰੇਮ ਹੀ ਇੰਨਾ ਕੀਤਾ, ਦਿਨ ਪ੍ਰਤੀ ਦਿਨ ਸਾਨੂੰ ਰੱਖ ਲਿਆ। ਜਦੋਂ ਅਸੀਂ ਚੱਲਣ ਲੱਗਦੇ ਸੀ, ਮਹਾਰਾਜ ਹੋਰ ਅਟਕ ਜਾਓ, ਮਹਾਰਾਜ ਹੋਰ ਰੁਕ ਜਾਓ ਇੱਕ ਦਿਨ, ਇਉਂ ਸਾਨੂੰ ਰੋਜ਼-ਰੋਜ਼ ਉਹ ਰੋਕਦੇ ਰਹੇ। ਅਸੀਂ ਤਾਂ ਬਹੁਤ ਵਾਰੀ ਉੱਥੋਂ ਚੱਲਣ ਵਾਸਤੇ ਇਹ ਗੱਲ ਆਖੀ ਸੀ। ਫਿਰ ਭਾਈ ਉੱਥੇ ਇੱਕ ਸਾਡਾ ਬੜਾ ਪ੍ਰੇਮੀ ਇੱਕ ਸੰਤ ਮਹਾਤਮਾ ਸੀ। ਬੜਾ ਤਨ ਮਨ ਤੋਂ ਉਹਨੇ ਪ੍ਰੇਮ ਕਰਕੇ, ਬੜੀ ਭਾਵਨਾ ਦੇ ਨਾਲ ਉਹਨੇ ਵੀ ਸਾਨੂੰ ਚੜ੍ਹਨ ਤੋਂ ਰੱਖ ਲਿਆ। ਉਹਨੇ ਵੀ ਨਾਮ ਦਿੱਤਾ। ਇਉਂ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਨੂੰ ਬੜੀਆਂ ਖੁਸ਼ੀਆਂ ਬਖਸ਼ੀਆਂ। ਬਹੁਤ ਸੁੰਦਰ ਮੈਦਾਨੀ ਜਗ੍ਹਾ ਦੇਖ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ ਔਰ ਅਨੇਕਾਂ ਪ੍ਰਕਾਰ ਦਾ ਭੋਜਨ ਪ੍ਰਸ਼ਾਦਾ ਤਿਆਰ ਹੋਇਆ। ਸਾਰਿਆਂ ਨੇ ਖਾਣ ਪਾਣ ਕੀਤਾ। ਹਾਂ, ਜਥਾ ਯੋਗ ਸਾਰਿਆਂ ਨੇ ਸੌਂ ਕਰਕੇ ਸੁੱਖਾਂ ਦੇ ਨਾਲ ਰਾਤ ਬਤੀਤ ਕੀਤੀ। ਸਵੇਰ ਦਾ ਵੇਲਾ ਹੋਇਆ ਤੇ ਇੱਥੋਂ ਅਗਾਂਹ ਨੂੰ ਕੂਚ ਕਰਕੇ ਚੱਲ ਪਏ। ਅੱਗੇ ਜਾ ਕੇ ਦੇਖਦੇ ਐ ਕਿ ਦੱਖਣ ਦੇਸ਼ ਬਹੁਤ ਸੁੰਦਰ ਆ ਗਿਆ। ਇੱਥੋਂ ਦੇ ਜਿਹੜੇ ਨਰ ਨਾਰੀ ਐ, ਮਰਦ ਇਸਤਰੀਆਂ ਹਨ, ਇਹ ਸ਼ਾਮ ਵਰਨ ਕੇ ਕਾਲੇ ਰੰਗ ਦੇ ਹਨ, ਰੰਗ ਪੱਕੇ ਹਨ ਇਹਨਾਂ ਦੇ। ਜਿਹੜੀਆਂ ਇੱਥੋਂ ਦੀਆਂ ਬੀਬੀਆਂ ਇੱਕੋ ਸਾੜੀ ਰੱਖਦੀਆਂ, ਉਹੀ ਲੱਕ ਦੇ ਦੁਆਲੇ ਲਪੇਟਦੀਆਂ, ਸਾਰੇ ਸਰੀਰ ਤੇ ਲਪੇਟਦੀਆਂ, ਸਿਰ ਤੇ ਲੈਂਦੀਆਂ। ਇਹਨਾਂ ਦੇ ਜਿਹੜੇ ਖਾਣਾ ਹੈ, ਇਹਨਾਂ ਦੇ ਜਿਹੜਾ ਪੀਣਾ ਹੈ, ਇਹਨਾਂ ਦੇ ਗਹਿਣੇ, ਇਹਨਾਂ ਦਾ ਬੋਲਣਾ, ਇਹਨਾਂ ਦਾ ਬੇਸ ਪਹਿਰਾਵਾ, ਸਾਰੇ ਸਿੱਖ ਦੇਖਦੇ ਆ ਵੀ ਇਹ ਤਾਂ ਹੋਰ ਹੀ ਰੀਤੀ ਦੇ, ਹੋਰ ਹੀ ਤਰ੍ਹਾਂ ਦੇ ਹਨ, ਸਾਡੇ ਨਾਲੋਂ ਅਲੱਗ ਹਨ। ਔਰ ਇਸੇ ਤਰ੍ਹਾਂ ਪੂਨਾ, ਸਤਾਰਾ ਤੇ ਨਾਗਪੁਰ ਨਗਰ ਜਿਹੜਾ ਇਹ ਮਰਹਟਿਆਂ ਦੇ ਇਲਾਕੇ ਦੇ ਆਸੇ-ਪਾਸੇ ਦੇ ਜਿਹੜੇ ਵੱਡੇ ਨਗਰ ਹਨ, ਇੱਥੋਂ ਦੇ ਸਿੱਖ ਵੀ ਸਤਿਗੁਰੂ ਜੀ ਨੂੰ ਔਰ ਇੱਥੋਂ ਦੇ ਜਿਹੜੇ ਰਾਜੇ ਆ ਉਹ ਵੀ ਬਹਾਦਰ ਸ਼ਾਹ ਨੂੰ ਆ ਕੇ ਬਹੁਤ ਭੇਟਾਵਾਂ ਦੇ ਕੇ ਮਿਲੇ। ਇਤਿਹਾਦਕ ਹੋਰ ਜਿੰਨੇ ਉਸ ਇਲਾਕੇ ਦੇ ਵਿੱਚ ਰਾਜ ਹਨ, ਸਟੇਟਾਂ ਹਨ, ਸੂਬੇ ਹਨ, ਸੋ ਇਹ ਬਹਾਦਰ ਸ਼ਾਹ ਦੀ ਭਾਰੀ ਫੌਜ ਦੇਖ ਕੇ ਮਨ ਵਿੱਚ ਭੈ ਭੀਤ ਹੁੰਦੇ ਹਨ ਸਾਰੇ, ਤੇ ਲਸ਼ਕਰ ਹੇਰੇ ਡਰ ਉਪਰਾਜੇ, ਸਾਰਿਆਂ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ।
ਸਾਰੇ ਆਪਣਾ ਨਾਮ ਆਦਿਕ ਦੱਸ ਕੇ ਆਪਣੀ ਆਪਣੀ ਪਛਾਣ ਦੱਸ ਕੇ ਇਸ ਇਲਾਕੇ ਦੇ ਰਾਜੇ ਬਹਾਦਰ ਸ਼ਾਹ ਨੂੰ ਆ ਕੇ ਮਿਲਦੇ ਹਨ। ਬਹੁਤ ਸਾਰੇ ਹਾਥੀ ਘੋੜੇ ਧਨ ਇਤਿਆਦਿਕ ਅਰਪਣ ਕਰਦੇ ਹਨ। ਇਉਂ ਬਹਾਦਰ ਸ਼ਾਹ ਉਹਦੀਆਂ ਫੌਜਾਂ ਸਤਿਗੁਰੂ ਜੀ ਤੇ ਗੁਰੂ ਕੇ ਖਾਲਸੇ ਬਹੁਤ ਸਾਰੇ ਪਹਾੜਾਂ ਨੂੰ ਜੰਗਲਾਂ ਨੂੰ ਲੰਘਦੇ ਹੋਏ ਅੱਗੇ ਗਏ। ਵੱਡੇ ਪਿੰਡਾਂ ਸ਼ਹਿਰਾਂ ਛੋਟੇ ਪਿੰਡਾਂ ਨੂੰ ਦੇਖਦੇ ਹੋਏ ਲੰਘ ਗਏ। ਕਿਹਦੀ ਗਿਣਤੀ ਕਰਕੇ ਦਸੀਏ। ਬਹੁਤ ਸੁੰਦਰ ਤੇ ਵਿਚਿੱਤਰ ਜਿਹੜੀ ਰਚਨਾ ਦਿਸਦੀ ਹੈ ਚਾਰੇ ਪਾਸੇ। ਬਹੁਤ ਸਾਰੀਆਂ ਬੌਲੀਆਂ ਖੂਹ ਬਾਗ ਫੁੱਲਾਂ ਦੀਆਂ ਫੁਲਵਾੜੀਆਂ ਨਾਰੀਅਲ ਕੇਲਾ ਤੇ ਸੁਪਾਰੀ ਇਤਿਆਦਿਕ ਦੇ ਬਹੁਤ ਬੂਟੇ ਦਰਖਤ ਹਨ। ਬੜਾ ਹੀ ਅਚਰਜ ਜਿਹੜਾ ਨਗਰ ਸਾਰਿਆਂ ਨੇ ਵੱਡਾ ਦੇਖਿਆ। ਉਹਦੇ ਨੇੜੇ ਟਿਕਾਣਾ ਕਰ ਲਿਆ। ਪੂਰੇ 8 ਦਿਨ ਉਸ ਜਗ੍ਹਾ ਦੇ ਉੱਤੇ ਮੁਕਾਮ ਕੀਤਾ, ਟਿਕਾਣਾ ਕੀਤਾ। ਸਾਰੀ ਤਮਾਮ ਸੰਗਤ ਸਤਿਗੁਰੂ ਜੀ ਦੇ ਆ ਕੇ ਦਰਸ਼ਨ ਕਰਦੀ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ। ਸਤਿਗੁਰੂ ਜੀ ਦੇ ਕਮਲਾਂ ਵਰਗੇ ਸੋਹਣੇ ਚਰਨਾਂ ਉੱਤੇ ਆ ਕੇ ਸੀਸ ਰੱਖਦੇ। ਹਾਂ, ਦੂਰੋਂ ਨੇੜੋਂ ਜਿਹਨੇ ਵੀ ਸੁਣਿਆ ਸਤਿਗੁਰੂ ਜੀ ਆਏ ਹਨ। ਜਿਹੜੇ ਜਿਹੜੇ ਵੀ ਭਾਵਨਾ ਵਾਲੇ ਸਿੱਖ ਆ ਕੇ ਸਤਿਗੁਰੂ ਦੇ ਦਰਸ਼ਨ ਕਰਦੇ ਹਨ। ਔਰ ਇੱਧਰ ਬਹਾਦਰ ਸ਼ਾਹ ਬਹੁਤਾ ਧਨ ਲੈ ਲੈ ਕੇ ਉਸ ਧਰਤੀ ਦੇ ਪਾਲਕ, ਉਸ ਧਰਤੀ ਦੇ ਜਿਹੜੇ ਰਾਜੇ ਆ ਉਹਨਾਂ ਨੂੰ ਆਪਣੇ ਅਧੀਨ ਕਰਦਾ ਹੋਇਆ। ਸੋ ਅੱਗੇ ਅੱਗੇ ਕੂਚ ਕਰਦਾ ਜਾਂਦਾ ਹੈ, ਫਿਰ ਡੇਰਾ ਟਿਕਾਣਾ ਕਰਦਾ ਹੈ। ਰਾਤ ਨੂੰ ਉਤਾਰਾ ਕਰਦਾ, ਸਵੇਰੇ ਅੱਗੇ ਚੱਲ ਪੈਂਦਾ ਹੈ। ਇਸ ਪ੍ਰਕਾਰ ਕਈ ਦਿਨ ਚੱਲਦੇ ਰਹੇ। ਅੱਗੇ ਸਾਧ ਸੰਗਤ ਜੀ ਦੱਖਣ ਦੇਸ਼ ਵਿੱਚ ਪਹੁੰਚ ਕੇ ਗੋਦਾਵਰੀ ਨਦੀ ਦਾ ਕਿਨਾਰਾ ਦੇਖਿਆ, ਬਹੁਤ ਸੁੰਦਰ। ਉਸ ਜਗ੍ਹਾ ਦੇ ਉੱਤੇ ਭਾਰੇ ਦਲ ਜਾ ਪਹੁੰਚੇ। ਸਾਰਿਆਂ ਨੇ ਗੋਦਾਵਰੀ ਨਦੀ ਦੇ ਕਿਨਾਰੇ ਉੱਤੇ ਟਿਕਾਣਾ ਕੀਤਾ। ਇਸ ਗੋਦਾਵਰੀ ਨਦੀ ਦੇ ਕਿਨਾਰੇ ਦੇ ਉੱਤੇ ਸਾਧ ਸੰਗਤ ਜੀ ਨੰਦੇੜ ਹਜੂਰ ਸਾਹਿਬ, ਜਿਸ ਨੂੰ ਅੱਜ ਆਪਾਂ ਕਹਿੰਦੇ ਹਾਂ ਨੌ ਨੰਦਾਂ ਦੀ ਧਰਤੀ, ਇਹ ਬੜਾ ਭਾਰੀ ਨਗਰ ਵਸਿਆ ਹੋਇਆ ਹੈ। ਜਿਸ ਨੰਦੇੜ ਦੇ ਵਿੱਚ ਬਹੁਤ ਧਨੀ ਲੋਕ ਤੇ ਹੋਰ ਬੜੇ ਲੋਕ ਰਹਿੰਦੇ ਹਨ। ਇਹ ਜਿਹੜੀ ਆਦ ਤੋਂ ਲੈ ਕੇ ਪੁਰਾਣੇ ਸਮਿਆਂ ਤੋਂ ਲੈ ਕੇ ਸਤਜੁਗ ਵੇਲੇ ਦੀ ਇਹ ਨਗਰੀ ਵਸਦੀ ਹੈ। ਸੋ ਬਹੁਤ ਧਨ ਇਤਿਆਦਿਕ ਇਸ ਨਗਰੀ ਵਿੱਚ ਹੈ। ਇੱਥੋਂ ਦਾ ਸਾਧ ਸੰਗਤ ਜੀ ਜਿਹੜਾ ਰਾਜਾ ਸੀ ਤਾਨੇ ਸ਼ਾਹ, ਉਹਨੂੰ ਜ਼ੋਰ ਦੇ ਨਾਲ ਧੋਖੇ ਪ੍ਰੇਮ ਦੇ ਨਾਲ ਔਰੰਗਜ਼ੇਬ ਨੇ ਮਾਰਿਆ ਸੀ। ਉਸ ਤੋਂ ਬਾਅਦ ਉੱਥੇ ਆਪਣਾ ਰਾਜ ਭਾਗ ਕਾਇਮ ਕਰਕੇ ਜਿਹੜਾ ਸੂਬਾ ਛੱਡਿਆ ਸੀ। ਜਦੋਂ ਉਹਨੇ ਸੁਣਿਆ ਕਿ ਔਰੰਗਜ਼ੇਬ ਦਾ ਪੁੱਤ ਬਹਾਦਰ ਸ਼ਾਹ ਰਾਜਾ ਬਣ ਕੇ, ਸ਼ਹਿਨਸ਼ਾਹ ਬਣ ਕੇ ਇੱਥੇ ਆਇਆ ਹੈ, ਉਹ ਵੀ ਮਿਲਣ ਵਾਸਤੇ ਇਹਨੂੰ ਤਿਆਰੀ ਕੀਤੀ। ਉਸਨੇ ਤਿਆਰ ਹੋਇਆ ਔਰ ਮਰ ਚੁੱਕੇ ਨਰੰਗੇ ਔਰੰਗਜ਼ੇਬ ਦੀ ਜਿਹੜੀ ਬਹੁਤ ਸਾਰੀ ਮਾਇਆ ਸੀ, ਉਹ ਇਹ ਤੁਰੰਤ ਹੀ ਲੈ ਕੇ ਆ ਗਿਆ। ਬਹਾਦਰ ਸ਼ਾਹ ਨੂੰ ਦੇਖ ਕੇ ਇਹਦੇ ਨਾਲ ਮਿਲਾਪ ਕੀਤਾ। ਹੋਰ ਵੀ ਬਹੁਤ ਸਾਰੇ ਸੁਣ ਕੇ ਆਏ ਜਿਹੜੇ ਇਹਨਾਂ ਨਗਰਾਂ ਪੁਰੀਆਂ ਦੇ ਰਾਜੇ ਸਨ। ਇੱਥੇ ਸਾਧ ਸੰਗਤ ਜੀ ਪ੍ਰਗਟ ਹੀ ਇੱਕ ਹੈਦਰਾਬਾਦ ਵੱਡਾ ਨਗਰ ਹੈ। ਮੁੰਗੀ ਪਟਨ ਆਦਿ ਤਨ ਭਾਰਾ
ਇਸੇ ਪ੍ਰਕਾਰ ਮੁੰਗਾ ਪਟਮ ਜਾਂ ਮੁੰਗਾ ਪਟਣ ਮਦਰਾਸ ਹਾਤੇ ਦਾ ਇੱਕ ਨਗਰ ਹੈ। ਬਹਾਦਰ ਸ਼ਾਹ ਸੋ ਇੱਥੋਂ ਵੀ ਆ ਕੇ ਲੋਕ ਬਹਾਦਰ ਸ਼ਾਹ ਨੂੰ ਮਿਲਦੇ ਹਨ। ਬਹਾਦਰ ਸ਼ਾਹ ਨੇ ਇੱਥੇ ਆ ਕੇ ਉਤਾਰਾ ਕੀਤਾ ਆਪਣੀਆਂ ਫੌਜਾਂ ਸਮੇਤ। ਹੋਰ ਕਹਿੰਦੇ ਕਿੱਥੋਂ ਕੁ ਤੱਕ ਦਸੀਏ ਇਸ ਦੇਸ਼ ਦੇ ਇਸ ਇਲਾਕੇ ਦੇ ਤੇ ਨਗਰ ਦੇ ਲੋਕ। ਹਾਂ ਕਹਿੰਦੇ ਗਿਣ ਗਿਣ ਕੇ ਅਸੀਂ ਇਹ ਸਾਰੀ ਕਥਾ ਸੁਣਾਉਂਦੇ ਹਾਂ। ਦੂਰੋਂ ਨੇੜਿਓਂ ਜਿੱਥੋਂ ਕਿੱਥੋਂ ਲੋਕ ਚੱਲ ਕੇ ਆਏ। ਛੋਟੇ ਵੱਡੇ ਰਾਜੇ ਸਾਰੇ ਹੀ ਧਨ ਦੇ ਦੇ ਕੇ ਬਹਾਦਰ ਸ਼ਾਹ ਨੂੰ ਮਿਲੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੇਜ ਪ੍ਰਤਾਪ ਕਰਕੇ ਇਹਦੇ ਪਿਤਾ ਔਰੰਗਜ਼ੇਬ ਦੇ ਨਾਲੋਂ ਵੀ ਬਹੁਤ ਵੱਡਾ ਤੇਜ ਪ੍ਰਤਾਪ ਬਹਾਦਰ ਸ਼ਾਹ ਦਾ ਹੋਇਆ। ਬਹਾਦਰ ਸ਼ਾਹ ਸਾਰੇ ਜੱਗ ਵਿੱਚ ਜਾਣਿਆ ਜਾਣ ਲੱਗਾ। ਜਿਹੜਾ ਵੀ ਕੋਈ ਅੱਗੇ ਆਇਆ ਆ ਕੇ ਮਿਲਿਆ ਇਹਦੇ ਅੱਗੇ ਅੜਿਆ ਨਾ ਕੋਈ, ਪਿਆਰ ਨਾਲ ਹੀ ਸਾਰੇ ਮਿਲੇ ਦੇ ਅਧੀਨ ਹੋਏ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਦੇ ਕੇ ਮਿਲੇ। ਸੋ ਨੰਦੇੜ ਨਗਰ ਹੈ ਇਸ ਦੇ ਬਾਹਰਲੇ ਪਾਸੇ। ਸਤਿਗੁਰ ਸੱਚੇ ਪਾਤਸ਼ਾਹ ਵੀ ਇਸ ਭੂਮੀ ਨੂੰ ਆਪਣੀ ਜਾਣ ਕੇ ਉਤਰ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ। ਸਤਿਗੁਰੂ ਜੀ ਦੱਸਦੇ ਆ ਕਹਿੰਦੇ ਇਹ ਸਾਡੀ ਪੁਰਾਤਨ ਭੂਮੀ ਹੈ, ਆਪਣਾਪਣ ਜਣਾਇਆ। ਕਿਉਂਕਿ ਸਤਿਯੁਗ ਦੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਸ ਭੂਮੀ ਦੇ ਉੱਤੇ ਬਹੁਤ ਭਾਰੀ ਤਪੱਸਿਆ ਕੀਤੀ, ਬਹੁਤ ਲੰਮਾ ਸਮਾਂ ਰਹੀ। ਅੱਜ ਕੋਈ ਮਨੁੱਖ ਆਪਣੇ ਬਚਪਨ ਵਿੱਚ ਜਾਂ ਜਵਾਨੀ ਵਿੱਚ ਕਿਤੇ 4 ਮਹੀਨੇ ਰਹਿ ਆਵੇ ਨਾ ਸੰਗਤ ਜੀ, ਉਹ ਜਦੋਂ ਬਜ਼ੁਰਗ ਅਵਸਥਾ ਵਿੱਚ ਉੱਥੇ ਜਾਂਦਾ ਤਾਂ ਸਾਧ ਸੰਗਤ ਉੱਥੇ ਉਹਨੂੰ ਆਪਣਾਪਣ ਲੱਗਦਾ ਵੀ ਆਹ ਤਾਂ ਮੇਰੀ ਭੂਮੀ ਹੈ, ਆਹ ਜਗ੍ਹਾ ਤੇ ਮੈਂ ਰਹਿ ਕੇ ਗਿਆ, ਇਸ ਇਲਾਕੇ ਵਿੱਚ, ਇਸ ਨਗਰ, ਇਸ ਸ਼ਹਿਰ ਵਿੱਚ ਉਹਨੂੰ ਆਪਣਾਪਣ ਲੱਗਦਾ। ਤੇ ਸਤਿਗੁਰੂ ਪਾਤਸ਼ਾਹ ਨੇ ਤਾਂ ਸਤਿਯੁਗ ਦੇ ਵਿੱਚ ਬਹੁਤ ਲੰਮਾ ਸਮਾਂ ਇਸ ਧਰਤੀ ਦੇ ਉੱਤੇ ਤਪੱਸਿਆ ਕੀਤੀ, ਇਸ ਧਰਤੀ ਨੂੰ ਵਡਭਾਗੀ ਬਣਾਇਆ, ਤਾਰਿਆ। ਸਤਿਗੁਰੂ ਸਿੰਘਾਂ ਨੂੰ ਦੱਸਦੇ ਆ ਕਹਿੰਦੇ ਭਾਈ ਇਹ ਸਾਡੀ ਭੂਮੀ ਹੈ, ਇਹ ਆਪਣਾਪਣ ਕਰਕੇ ਦੱਸਿਆ। ਸਤਿਗੁਰ ਸੱਚੇ ਪਾਤਸ਼ਾਹ ਨੇ ਦੂਜਿਆਂ ਦੀ ਮਾਲਕੀ ਦੂਰ ਕੀਤੀ, ਭਾਵ ਆਪਣੀ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਨੰਦੇੜ ਦੀ ਧਰਤੀ ਉੱਤੇ ਡੇਰਾ ਕੀਤਾ। ਸੋ ਇਹ ਨੰਦੇੜ ਦੀ ਧਰਤੀ ਦੇ ਉੱਤੇ ਜਿਵੇਂ ਸਾਧ ਸੰਗਤ ਜੀ ਇੱਕ ਹੋਰ ਮੁਗਲ ਇਸ ਧਰਤੀ ਦਾ ਮਾਲਕ ਬਣਿਆ ਬੈਠਾ ਸੀ। ਔਰ ਇਧਰ ਸਤਿਗੁਰੂ ਕਹਿੰਦੇ ਇਹ ਸਾਡੀ ਧਰਤੀ ਆ, ਉਹ ਕਹਿੰਦਾ ਜੀ ਪੁਸ਼ਤੈਨੀ ਸਾਡੀ ਇਹ ਜਗ੍ਹਾ ਜਿੱਥੇ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਹੈ। ਸੋ ਇਸ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਜਿਵੇਂ ਸਤਿਗੁਰੂ ਜੀ ਇਹ ਧਰਤੀ ਨੂੰ ਆਪਣੇ ਕਬਜ਼ੇ ਵਿੱਚ ਕਰਨਗੇ, ਦੁਬਾਰਾ ਇੱਥੇ ਨਾਮ ਬਾਣੀ ਦਾ ਪ੍ਰਵਾਹ ਚਲਾਉਣਗੇ। ਨੌਨੰਦ ਨੰਦੇੜ ਦੀ ਧਰਤੀ ਦੇ ਉੱਤੇ ਜਿਵੇਂ ਮਾਧੋ ਦਾਸ ਆ ਕੇ ਸਤਿਗੁਰੂ ਜੀ ਨੂੰ ਮਿਲੇਗਾ, ਹੋਰ ਬੇਅੰਤ ਸੰਗਤਾਂ ਨੂੰ ਸਤਿਗੁਰੂ ਜੀ ਤਾਰਨਗੇ। ਇਹ ਪ੍ਰਸੰਗ ਆਪਾਂ ਬਾਕੀ ਰਹਿੰਦਾ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸੋ ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਦੀ ਸਾਂਝ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ। ਹਮਾਰੀ ਅਪਰ ਕਾਲ ਕੀ ਸਗਲ ਬਿਦਾਰੀ, हे गोविंद हे गोपाल हे